पंजाब लेवल ते मानयोग DGP साहब वालों एक ऑपरेशन चलाया हुआ है जिसमें कि ऑपरेशन रैड रोज़ का नाम दिता है। ठीक है। रैड रोज़ नाम का ऑपरेशन चलाया हुआ है। किसी भी तरीके का कोई भी इलीगल शराब भावें वो किसी दूजे जगह तो आ रही होवे या अपनी कोई फैक्ट्री दे विच बनाई जा रही होवे इलीगल फैक्ट्री दे विच या कोई लान टाइप का जिसनों कहते हैं वो है या कोई स्प्रिट थिनर इन्हां चीज़ों तो बनाई गई होवे उन्हां दे खिलाफ असीं बिल्कुल दस दईए कि ਜਿਹੜਾ इस समय अनलॉक 3 का पीरियड चल रहा है इस दौरान भी करोना वायरस के ਜਿਹੜੇ आंकड़े आ वो रुक नहीं रहे जबकि ਜਿਹੜੇ सेहतकर्मी ने पुलिस विभाग के लोग ने या डॉक्टर स्टाफ है वो लगातार लोगों को सेफ रहने की हिदायत भी करता नज़र आ रहा है। गल करिए पुलिस प्रशासन की तो पुलिस प्रशासन लगातार एहतियात बरतन के लोगों को अपील भी करता नज़र आ रहा है और किस तरह बचाव रखना है और ਜਿਹੜੇ पुलिसकर्मी अपनी ड्यूटी निभाते हुए पॉजिटिव भी आए हैं उन्होंने ਕਿਹੜੀਆਂ एहतियात बरतियाँ ਜਿਹਦੇ ਨਾਲ ਉਹ ਦੁਬਾਰਾ ड्यूटी ਤੇ ਪਹੁੰਚੇ ਨੇ। ਗੱਲਬਾਤ ਕਰਨ ਲਈ ਸਾਡੇ ਨਾਲ ਲੁਧਿਆਣਾ ਪੁਲਿਸ ਕਮਿਸ਼ਨਰ ਸ਼੍ਰੀ ਰਕੇਸ਼ ਅਗਰਵਾਲ ਜੀ ਮੌਜੂਦ ਨੇ। ਸਰ ਸਵਾਗਤ ਹੈ ਜੀ ਦੈਨਿਕ ਸਵੇਰਾ ਟੀਵੀ ਤੇ। ਸਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜਾ ਪੁਲਿਸ ਕਰਮੀ ਅੱਜ ਦੀ ਤਾਰੀਖ ਦੇ ਵਿੱਚ ਲੋਕਾਂ ਨੂੰ ਬਚਾਉਂਦੇ ਪੋਜ਼ਿਟਿਵ ਆ ਰਹੇ ਆ ਤੇ ਕਿਸ ਤਰ੍ਹਾਂ ਉਹ ਨੈਗੇਟਿਵ ਹੋ ਕੇ ਫਿਰ ਡਿਊਟੀ ਦੇ ਦੌਰਾਨ ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ। देखो पुलिस का काम बड़ा मुश्किल काम होंदा है क्योंकि पब्लिक डीलिंग भी करनी पैंदी है नाकियां ते भी नाके भी लगाने होंदे हैं ट्रैफिक भी चैक करनी होंदी है PCR ते भी ड्यूटियां लगदी हैं ते ये अपना जो है हुण तक लुधियाने की जे गल करिए 186 पुलिस मुलाजिम साडे हुण तक कोरोना पॉजिटिव आए हैं जी। उन्हां दे विचों 50 के करीब रिकवर होकर दोबारा ड्यूटीज़ ते वापस भी आ गए हैं ਤੇ ਆਪਣੇ ਹੌਸਲੇ ਨਾਲ ਉਹਨਾਂ ਨੇ ਕੋਰੋਨਾ ਦੇ ਉੱਪਰ ਜਿੱਤ ਪਾ ਲਈ ਹੈ ਐਂਡ ਜਿਹੜੇ ਬਾਕੀ ਹੁਣ ਇਹ ਜਿਹੜੇ ਰਹਿ ਗਏ 130 ਆਪਣੇ 136 ਦੇ ਕਰੀਬ ਉਹ ਸਾਰੇ ਹੀ ਲਗਭਗ ਠੀਕ ਹਨ ਸਾਰੇ ਆਪਣੇ ਘਰਾਂ ਦੇ ਵਿੱਚ ਹੀ ਆਈਸੋਲੇਟਡ ਹਨ। 5 ਮੁਲਾਜ਼ਮ ਉਹਨਾਂ ਦੇ ਵਿੱਚੋਂ ਹਸਪੀਟਲ ਦੇ ਵਿੱਚ ਹਨ ਜਿਨ੍ਹਾਂ ਦੀ ਕਿ ਅਸੀਂ ਡਾਕਟਰਸ ਵਗੈਰਾ ਸਾਰੇ ਟੇਕ ਕੇਅਰ ਕਰ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਉਹ ਵੀ ਜਲਦੀ ਹੀ ਵਾਪਸ ਆ ਜਾਣਗੇ। ਲੇਕਿਨ ਇਹ ਲੋਕਾਂ ਨੂੰ ਅਪੀਲ ਹੈ ਕਿਉਂਕਿ ਇਹ ਕੋਰੋਨਾ ਇਹ ਨਹੀਂ ਕਰਦਾ ਕਿ ਇਹ ਪੁਲਿਸ ਮੁਲਾਜ਼ਮ ਹੈ ਤੇ ਉਹਨਾਂ ਨੂੰ ਛੱਡ ਦੇਵੇ ਜਾਂ ਕੋਈ ਔਰ ਕੋਈ ਅਮੀਰ ਬੰਦਾ ਹੈ ਤੇ ਉਸ ਨੂੰ ਛੱਡ ਦੇਵੇ। ਇਹ ਤਾਂ ਗਰੀਬ ਅਮੀਰ ਸਾਰਿਆਂ ਨੂੰ ਸੇਮ ਤਰੀਕੇ ਨਾਲ ਹੀ ਇੰਪੈਕਟ ਕਰ ਰਿਹਾ ਹੈ। ਇਸ ਕਰਕੇ ਪੁਲਿਸ ਦੀ ਤਾਂ ਮਜਬੂਰੀ ਹੁੰਦੀ ਹੈ ਕਿ ਆਪਾਂ ਤਾਂ ਡਿਊਟੀ ਲਈ ਆਉਣਾ ਹੁੰਦਾ ਹੈ ਨਾਕਿਆਂ ਤੇ ਨਾਕੇ ਲਗਾਉਣਾ ਵੀ ਪੁਲਿਸ ਦੀ ਡਿਊਟੀ ਹੈ ਚੈਕਿੰਗ ਕਰਨਾ ਵੀ ਡਿਊਟੀ ਹੈ। ਲੇਕਿਨ ਪਬਲਿਕ ਕੋਲ ਤਾਂ ਆਪਸ਼ਨ ਹੈ ਕਿ ਉਹ ਜਦੋਂ ਤੱਕ ਲੋਡ ਨਾ ਹੋਵੇ ਉਦੋਂ ਤੱਕ ਆਪਣੇ ਘਰਾਂ ਦੇ ਵਿੱਚ ਹੀ ਰਹੇ। ਸਭ ਤੋਂ ਇੰਪੋਰਟੈਂਟ ਹੈ ਕਿ ਆਪਣੇ ਲਈ ਅਗਲੇ ਜਿਹੜਾ 1 ਮਹੀਨਾ ਹੈ ਉਹ ਬਹੁਤ ਇੰਪੋਰਟੈਂਟ ਹੈ। ਜਦੋਂ ਤੱਕ ਆਪਾਂ ਨੂੰ ਲੋਡ ਨਹੀਂ ਹੁੰਦੀ ਉਦੋਂ ਤੱਕ ਆਪਾਂ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਇਹ ਪਬਲਿਕ ਨੂੰ ਚਾਹੀਦਾ। ਯਾਨੀ ਕਿ ਸਤੰਬਰ ਦਾ ਜਿਹੜਾ ਆਉਣ ਵਾਲਾ ਸਮਾਂ ਹੈ ਖਾਸ ਕਰਕੇ ਅਗਸਤ ਦਾ ਹੁਣ 20 ਦਿਨ ਰਹਿ ਗਏ ਤੇ 15 ਸਤੰਬਰ ਤੱਕ ਦਾ ਇਹ ਬਹੁਤ ਇੰਪੋਰਟੈਂਟ ਟਾਈਮ ਹੈ ਐਂਡ ਮਾਸਕ ਲਗਾ ਕੇ ਨਿਕਲਣਾ ਹੈ। ਹੁਣ ਹੁੰਦਾ ਕੀ ਹੈ ਪਬਲਿਕ ਮਾਸਕ ਲਗਾ ਕੇ ਨਿਕਲਦੀ ਹੈ ਲੇਕਿਨ ਗੱਡੀ 'ਚ ਬੈਠੇ ਮਾਸਕ ਡਾਊਨ ਕਰ ਲਿਆ ਕਈ ਵਾਰੀ ਕੋਈ ਨਾਕੇ ਤੇ ਰੋਕਿਆ ਉਹਨਾਂ ਨੇ ਮਾਸਕ ਲਗਾਇਆ ਨਹੀਂ ਹੈ ਫਿਰ ਗਏ ਕਿਸੇ ਨੂੰ ਮਿਲਣ ਲਈ ਮਾਸਕ ਲਗਾ ਕੇ ਨਿਕਲੇ ਗੱਡੀ ਤੋਂ ਬਾਹਰ ਲੇਕਿਨ ਚਾਹ ਆ ਗਈ ਚਾਹ ਪੀ ਲਈ ਮਾਸਕ ਉਤਾਰ ਕੇ ਉਹ ਸਾਰਾ ਫਿਰ ਸਿਸਟਮ ਖਰਾਬ ਹੋ ਜਾਂਦਾ ਜੇ ਆਪਾਂ ਇੱਕ ਵਾਰੀ ਮਾਸਕ 5 ਮਿੰਟ ਲਈ ਵੀ ਉਤਾਰ ਦਿੱਤਾ ਕਿ ਕਿਸੇ ਅਣਜਾਣ ਬੰਦੇ ਨੂੰ ਮਿਲ ਰਹੇ ਆ ਉਹ ਸਾਰਾ ਸਿਸਟਮ ਨੂੰ ਯਾਨੀ ਕਿ ਛੋਟੀ ਜਿਹੀ ਜਿਹੜੀ ਲਾਪਰਵਾਹੀ ਆ ਕਾਫੀ ਵੱਡੀ ਬਣ ਜਾਂਦੀ ਹੈ। ਹਾਂਜੀ ਹਾਂਜੀ ਤੇ ਇਸ ਕਰਕੇ ਕਈ ਵਾਰੀ ਹੁੰਦਾ ਹੈ ਕਿ ਕਿਸੇ ਦਾ ਕੋਈ ਛੋਟਾ ਸੋਸ਼ਲ ਫੰਕਸ਼ਨ ਹੁੰਦਾ ਹੈ ਉਸ ਸੋਸ਼ਲ ਫੰਕਸ਼ਨ ਤੇ ਆਪਾਂ ਸ਼ਾਦੀ ਲਈ ਕੇਵਲ ਆਪਣੇ ਬੰਦੇ ਅਲਾਉਡ ਹੈ 30 ਬੰਦੇ ਲੇਕਿਨ ਹੁੰਦਾ ਕੀ ਹੈ ਬੰਦਾ ਕਿਤੇ ਪਾਰਟੀ ਲਈ ਗਿਆ ਉਹ ਕਹਿੰਦਾ ਜੀ 5 ਬੰਦੇ ਅਲਾਉਡ ਹੈ ਪਾਰਟੀ 4 ਬੰਦੇ ਚਲੋ ਜੀ ਅਸੀਂ 25 ਬੰਦੇ 5-5 ਦਾ ਗਰੁੱਪ ਦਿਖਾ ਦਾਂਗੇ ਸਾਰੇ ਅਲੱਗ-ਅਲੱਗ ਹੈ ਜੀ ਉਹ ਉਸ ਤਰੀਕੇ ਦੀ ਗੱਲ ਕਰਦੇ ਜਦੋਂ ਪੁਲਿਸ ਜਾਂਦੀ ਹੈ ਚੈੱਕ ਕਰਨ ਲਈ ਉਹਨਾਂ ਨਾਲ ਉਲਝਦੇ ਆ ਵੀਡੀਓ ਬਣਾਉਂਦੇ ਆ ਕਿ ਜੀ ਪੁਲਿਸ ਸਾਡੀ ਪ੍ਰਾਈਵੇਸੀ ਦੇ ਵਿੱਚ ਆਪਣਾ ਵਿਘਨ ਪਾ ਰਹੀ ਹੈ। ਇਹ ਤਾਂ ਪ੍ਰਾਈਵੇਸੀ ਨਹੀਂ ਹੈ ਤਾਂ ਕੋਰੋਨਾ ਤੇ ਬਚਾਅ ਲਈ ਅਸੀਂ ਸਾਰਾ ਕੰਮ ਕਰਦੇ ਹਾਂ। ਜਿਹੜੇ ਪੁਲਿਸ ਕਰਮੀ ਹੈ ਜਿਹੜੇ ਹੁਣ ਅੱਜ ਦੀ ਤਾਰੀਖ 'ਚ ਡਿਊਟੀ ਆਪਣੀ ਕਰ ਰਹੇ ਸੇਵਾਵਾਂ ਨਿਭਾ ਰਹੇ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਤੁਹਾਡੇ ਨਾਲ ਕਿ ਕਿਸ ਤਰ੍ਹਾਂ ਉਹਨਾਂ ਨੇ ਘਰੇ ਆਪਣੇ ਇਹਤਿਆਤ ਵਰਤੀ ਕਿਉਂਕਿ ਇੱਕ ਅਗਰ ਕੋਈ ਫੈਮਿਲੀ ਦਾ 1% ਵੀ ਆ ਜਾਂਦਾ ਪੋਜ਼ਿਟਿਵ ਤਾਂ ਸਾਰਿਆਂ ਲਈ ਉਹ ਖਤਰਾ ਬਣ ਜਾਂਦਾ ਕਿਸ ਤਰ੍ਹਾਂ ਉਹਨਾਂ ਨੇ ਬਚਾਅ ਰੱਖਿਆ। ਦੇਖੋ ਉਹਨਾਂ ਨੂੰ ਪੁਲਿਸ ਮੁਲਾਜ਼ਮਾਂ ਨੂੰ ਅਸੀਂ ਸਾਰੇ ਜਦੋਂ ਵੀ ਕੋਈ ਪੋਜ਼ਿਟਿਵ ਆਉਂਦੇ ਆ ਉਹਨਾਂ ਨੂੰ ਵੀ ਸਪੈਸ਼ਲ ਡਾਕਟਰਸ ਵੱਲੋਂ ਹਿਦਾਇਤ ਦਿੱਤੀ ਜਾਂਦੀ ਹੈ ਕਿ ਕੀ ਸਾਵਧਾਨੀਆਂ ਉਹਨਾਂ ਨੇ ਹੋਮ ਆਈਸੋਲੇਸ਼ਨ ਦੇ ਵਿੱਚ ਰੱਖਣੀ ਹੈ। ਉਹਨਾਂ ਨੂੰ ਅਸੀਂ ਇੱਕ ਕਿੱਟ ਬਣਾਈ ਹੋਈ ਹੈ ਜਿਸ ਨੂੰ ਕਿ ਅਸੀਂ ਕੋਵਿਡ ਕੇਅਰ ਕਿੱਟ ਦਾ ਨਾਂ ਦਿੱਤਾ ਹੈ ਜੀ ਉਹ ਅਸੀਂ ਹਰੇਕ ਮੁਲਾਜ਼ਮ ਨੂੰ ਫ੍ਰੀ ਆਫ ਕਾਸਟ ਡਿਪਾਰਟਮੈਂਟ ਵੱਲੋਂ ਦਿੰਦੇ ਹਾਂ। ਉਹਦੇ ਵਿੱਚ ਕੁਝ ਇਮਿਊਨਿਟੀ ਦੀ ਦਵਾਈਆਂ ਹੁੰਦੀਆਂ ਕੁਝ ਵਿਟਾਮਿਨਸ ਦੀ ਦਵਾਈਆਂ ਹੁੰਦੀਆਂ ਇੱਕ ਪਲਸ ਆਕਸੀਮੀਟਰ ਹੁੰਦਾ ਜਿਹੜਾ ਕਿ ਉਹਨਾਂ ਦੀ ਆਕਸੀਜਨ ਲੈਵਲ ਚੈੱਕ ਕਰਦਾ ਰਹਿੰਦਾ ਹੈ ਕਿ 95% ਤੋਂ ਉੱਪਰ ਹੈ ਨਹੀਂ ਉਹ ਫਿੰਗਰ ਦੇ ਵਿੱਚ ਲੱਗ ਜਾਂਦੀ ਹੈ ਮਸ਼ੀਨ ਤੇ ਉਸ ਨੂੰ ਤੁਸੀਂ ਦਬਾ ਕੇ ਚੈੱਕ ਕਰ ਲਿਓ ਤੇ ਉਹ ਟੈਂਪਰੇਚਰ ਚੈੱਕ ਕਰਨ ਲਈ ਥਰਮਾਮੀਟਰ ਵਗੈਰਾ ਦਿੰਦੇ ਆ ਇਹ ਵਿਟਾਮਿਨ B ਦੀ ਗੋਲੀ ਹੁੰਦੀ ਹੈ C ਦੀ ਗੋਲੀ ਹੁੰਦੀ ਹੈ D ਦੀ ਗੋਲੀ ਹੁੰਦੀ ਹੈ जिंक ਦੀ ਹੁੰਦੀ ਹੈ ਗਲੋਏ ਵਗੈਰਾ ਹੁੰਦਾ ਹੈ ਤੇ ਇਸ ਤਰੀਕੇ ਦੀ ਕਾਫੀ ਸਾਰੀ ਚੀਜ਼ਾਂ ਜੇ ਕੋਈ ਖੰਘ ਆ ਜਾਏ ਤੇ ਉਹਦੇ ਖੰਘ ਦਾ ਕੋਈ ਸਿਰਪ ਹੁੰਦਾ ਹੈ
ਤੇ ਜੇ ਬੁਖਾਰ ਆ ਜਾਏ ਤਾਂ ਪੈਰਾਸੀਟਾਮੋਲ ਹੁੰਦੀ ਹੈ ਉਸ ਕਿੱਟ ਦੇ ਵਿੱਚ 17-18 ਆਈਟਮਸ ਹੁੰਦੀ ਹੈ। ਯਾਨੀ ਕਿ ਘਰੇ ਰਹਿ ਕੇ ਆਪਣਾ ਉਹ ਖਿਆਲ ਰੱਖ ਸਕਦੇ ਆ। ਹਾਂ, ਉਹਨਾਂ ਨੂੰ ਫਿਰ ਕਿਸੇ ਕੰਮ ਲਈ ਐਟਲੀਸਟ ਦਵਾਈਆਂ ਲਈ ਆਮ ਤੌਰ 'ਤੇ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ। ਜੇ ਇਸ ਤੋਂ ਇਲਾਵਾ ਅਸੀਂ ਜਿਹੜੇ DMC ਦੇ ਡਾਕਟਰ ਹਨ ਉਹਨਾਂ ਦੇ ਨਾਲ ਉਹਨਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਉਹਨਾਂ ਦੀ ਗੱਲਬਾਤ ਕਰਾਉਂਦੇ ਆ ਤਾਂ ਕਿ ਉਹਨਾਂ ਦਾ ਪ੍ਰੋਪਰ ਕੋਈ ਵੀ ਸਿੰਪਟਮਸ ਹੈ ਉਹਦਾ ਮੌਕੇ 'ਤੇ ਹੀ ਇਲਾਜ ਹੋ ਸਕੇ। ਅਤੇ ਇਸ ਕਰਕੇ ਮੁਲਾਜ਼ਮਾਂ ਦਾ ਅਸੀਂ ਕਾਫੀ ਧਿਆਨ ਰੱਖਿਆ ਹੋਇਆ ਹੈ ਐਂਡ ਪਰਮਾਤਮਾ ਦੀ ਮਿਹਰ ਕਰਕੇ ਉਹ ਸਾਰੇ ਹੀ ਹੈਲਦੀ ਵਾਪਸ। ਕਿਸ ਤਰ੍ਹਾਂ ਸਰ ਲੋਕ ਉਹ ਜਿਹੜੇ ਕਿੱਟ ਦੀ ਗੱਲ ਕਰ ਰਹੇ, ਜਿਹੜੀ ਪ੍ਰੋਟੈਕਸ਼ਨ ਦੀ ਕਿੱਟ ਹੈ, ਕਿਸ ਤਰ੍ਹਾਂ ਲੋਕ ਉਹ ਮੰਗ ਸਕਦੇ ਆ ਜਾਂ ਤੁਹਾਡੇ ਤੱਕ ਉਹ ਰਿਕੁਐਸਟ ਆਪਣੀ ਪਹੁੰਚਾ ਸਕਦੇ ਤੇ ਕੀ ਪ੍ਰਾਈਸ ਹੈਗਾ ਉਹਦਾ? ਅਸੀਂ ਜਿਹੜੇ ਕਿਉਂਕਿ ਪਬਲਿਕ ਦਾ ਜਦੋਂ ਅਸੀਂ ਪੁਲਿਸ ਮੁਲਾਜ਼ਮਾਂ ਨੂੰ ਦਿੰਦੇ ਸੀ ਤੇ ਪਬਲਿਕ ਵੀ ਸਾਨੂੰ ਆ ਕੇ ਕਹਿੰਦੀ ਸੀ ਕਿ ਸਾਨੂੰ ਵੀ ਦੇਵੋ ਤੇ ਸਾਨੂੰ ਸਾਡੇ ਤੋਂ ਪੈਸੇ ਲੈ ਲਵੋ, ਤੇ ਉਹ ਫਿਰ ਅਸੀਂ ਉਸ ਕਿੱਟ ਨੂੰ ਆਪਣੀ ਪੁਲਿਸ ਲਾਈਨ ਦੇ ਵਿੱਚ ਸਾਡੀ ਇੱਕ ਕੈਂਟੀਨ ਹੈ ਉਹਦੇ ਥਰੂ ਇਸ ਨੂੰ ਅਸੀਂ ਪਬਲਿਕ ਲਈ ਵੀ ਵੇਚ ਰਹੇ ਹਾਂ ਜੀ। ਜੋ ਉਹਦੀ ਕਾਸਟਿੰਗ ਸਾਨੂੰ ਪੈਂਦੀ ਹੈ ਉਨੀ ਕੀ ਪਬਲਿਕ ਤੋਂ ਅਸੀਂ ਲੈ ਰਹੇ ਹਾਂ, ਉਹ 'ਚ ਕੋਈ ਅਸੀਂ ਮੁਨਾਫਾ ਵਗੈਰਾ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ। ਤੇ ਉਹ 1700 ਰੁਪਏ ਦੀ ਤਕਰੀਬਨ ਫਿਲਹਾਲ ਪੈ ਰਹੀ ਹੈ। ਉਸ 'ਚ 17-18 ਆਈਟਮਸ ਹੈਗੀਆਂ ਟੋਟਲ। ਤੇ ਸਾਡਾ ਇੱਕ ਕੰਟਰੋਲ ਰੂਮ ਦਾ ਨੰਬਰ ਹੈ ਜਿਹੜੇ ਕਿ ਕੰਟਰੋਲ ਰੂਮ ਦੇ ਨੰਬਰ 'ਤੇ ਪਬਲਿਕ ਕਾਲ ਕਰਕੇ ਉਸ ਕਿੱਟ ਦੇ ਬਾਰੇ ਆਪਣਾ ਆਰਡਰ ਦੇ ਸਕਦੀ ਹੈ ਐਂਡ ਅਸੀਂ ਉਹਨਾਂ ਦੇ ਡੋਰ ਘਰਾਂ ਦੇ ਵਿੱਚ ਹੀ ਉਸ ਨੂੰ, ਕਿਉਂਕਿ ਬੰਦਾ ਤਾਂ ਪੋਜ਼ੀਟਿਵ ਹੁੰਦਾ ਹੈ ਉਹ ਤਾਂ ਕਿਤੇ ਤੁਰ ਫਿਰ ਨਹੀਂ ਸਕਦਾ, ਉਹਨਾਂ ਦੇ ਘਰ ਦੇ ਵਿੱਚ ਹੀ ਅਸੀਂ ਡਿਲੀਵਰ ਕਰਾ ਦਿੰਦੇ ਹੁੰਦੇ ਹਾਂ। ਤੇ ਜਸਟ ਇੱਕ ਸੋਸ਼ਲ ਕਾਜ਼ ਅਸੀਂ ਉਸ ਨੂੰ ਲਿਆ ਹੋਇਆ ਹੈ ਕਿ ਚਲੋ ਪਬਲਿਕ ਦੀ ਜਿੰਨੀ ਵੱਧ ਤੋਂ ਵੱਧ ਮਦਦ ਪੁਲਿਸ ਡਿਪਾਰਟਮੈਂਟ ਵੱਲੋਂ ਹੋ ਸਕਦੀ ਹੈ ਉਹ ਅਸੀਂ ਕਰ ਰਹੇ ਹਾਂ। ਸਰ ਅਗਰ ਗੱਲ ਕਰੀਏ ਟ੍ਰੀਟਮੈਂਟ ਦੀ, ਕੋਵਿਡ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਵੀਡੀਓਜ਼ ਵਾਇਰਲ ਹੋ ਜਾਂਦੀਆਂ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਸਰਕਾਰੀ ਹਸਪੀਟਲ ਜਿਹੜੇ ਉਹ ਸੇਫ ਨਹੀਂ ਹੈ ਕਰੋਨਾ ਕਰਕੇ, ਵੀ ਸਾਨੂੰ ਜਿਹੜੀ ਸਹੂਲਤ ਹੈ ਉੱਥੇ ਨਹੀਂ ਮਿਲਦੀ ਹੈ, ਅਸੀਂ ਪ੍ਰਾਈਵੇਟ ਹਸਪੀਟਲ ਜਾਂਦੇ ਹਾਂ। ਲੇਕਿਨ ਪ੍ਰਾਈਵੇਟ ਹਸਪੀਟਲ ਜਾ ਕੇ ਵੀ ਜਦ ਸਾਰਾ ਪਾਰਦਰਸ਼ੀਤਾ ਨਾਲ ਕੰਮ ਹੋ ਰਿਹਾ ਕਿ ਕਿੰਨੇ ਬੈੱਡ ਉੱਥੇ ਅਵੇਲੇਬਲ ਹੈਗੇ ਨੇ, ਫਿਰ ਵੀ ਉਹਨਾਂ ਨੂੰ ਕਾਫੀ ਲੰਬਾ ਸਮਾਂ ਵੇਟ ਕਰਨੀ ਪੈਂਦੀ ਹੈ, ਆਖਿਰ ਕਾਲ ਡੈਥ ਵੀ ਹੋ ਜਾਂਦੀ ਕਈ ਪੇਸ਼ੈਂਟਸ ਦੀ। ਦੇਖੋ ਇਹ ਕੋਰੋਨਾ ਦੇ ਨਾਲ ਜਿਹੜਾ ਆਪਾਂ ਲੜਦੇ ਹਾਂ, ਮਾਸਕ, ਸੋਸ਼ਲ ਡਿਸਟੈਂਸਿੰਗ, ਘਰ ਦੇ ਬਾਹਰ ਨਹੀਂ ਨਿਕਲਣਾ, ਇਹ ਤਾਂ ਚੀਜ਼ਾਂ ਹੈਗੀਆਂ। ਇਹਦੇ ਇੱਕ ਚੀਜ਼ ਜਿਹੜੀ ਇੰਪੋਰਟੈਂਟ ਹੈ ਉਹ ਇਹ ਹੈ ਕਿ ਅਰਲੀ ਰਿਪੋਰਟਿੰਗ। ਜਿੱਦਾਂ ਹੀ ਆਪਾਂ ਨੂੰ ਕੋਈ ਸਿੰਪਟਮ ਹੁੰਦਾ ਹੈ, ਕੋਈ ਬੁਖਾਰ ਹੋ ਜਾਏ, ਕੋਈ ਖਾਂਸੀ ਹੋ ਜਾਏ, ਕੋਈ ਜ਼ੁਕਾਮ ਹੋ ਜਾਏ ਜਾਂ ਦਰਦ ਹੋ ਜਾਏ ਬਾਡੀ ਦੇ ਵਿੱਚ, ਜਾਂ ਟੇਸਟ ਵਗੈਰਾ ਆਪਣਾ ਜੀਭ ਦਾ ਟੇਸਟ ਹੈ, ਸਮੈਲ ਵਗੈਰਾ ਹੈ ਉਹ ਗਾਇਬ ਹੋ ਜਾਏ, ਆਪਾਂ ਨੂੰ ਕਿਸੇ ਚੀਜ਼ ਦਾ ਵੇਟ ਨਹੀਂ ਕਰਨਾ, ਇਮੀਡੀਏਟਲੀ ਡਾਕਟਰ ਨੂੰ ਦੱਸਣਾ ਹੈ। ਐਂਡ ਕਿਉਂਕਿ ਜੇ ਅਰਲੀ ਡਿਟੈਕਸ਼ਨ ਹੋ ਜਾਏ ਤਾਂ ਉਹ ਕੇਸ ਸੀਰੀਅਸ ਹੁੰਦਾ ਹੀ ਨਹੀਂ। ਜਿਹੜਾ ਹੁਣ ਤੱਕ ਆਪਾਂ 4 ਮਹੀਨੇ ਦੇ ਵਿੱਚ ਇਹ ਮਹਿਸੂਸ ਕੀਤਾ ਹੈ ਕਿ ਜਿਹੜਾ ਬੰਦਾ ਰੌਲਾ ਪਾ ਦਿੰਦਾ ਹੈ ਕਿ ਜੀ ਮੈਨੂੰ ਕਰੋਨਾ ਹੋ ਗਿਆ, ਉਹ ਬਚ ਜਾਂਦਾ ਹੈ, ਬਿਲਕੁਲ 100% ਬਚ ਜਾਂਦਾ ਹੈ। ਜਿਹੜਾ ਕੋਈ ਲੁਕਾ ਕੇ ਰੱਖਦਾ ਹੈ ਤੇ ਉਹ ਵੀ ਜਾਂਦੇ ਹੈ, ਲੇਕਿਨ ਉਹਨਾਂ 'ਚ ਕੀ ਹੈ ਕਿ ਕਈ ਵਾਰੀ ਕੋਈ ਕੰਪਲਿਕੇਸ਼ਨ ਆ ਜਾਏ ਉਹਦਾ ਪਤਾ ਨਹੀਂ ਚੱਲਦਾ ਉਹਨਾਂ ਨੂੰ ਆਪ ਜੀ। ਤੇ ਲਾਸਟ ਮੂਮੈਂਟ 'ਤੇ ਜਦੋਂ ਆਪਾਂ ਕਈ ਵਾਰੀ ਪਹੁੰਚਦੇ ਹਾਂ ਹਸਪੀਟਲ, ਤੇ ਹਸਪੀਟਲ ਦੇ ਵੀ ਹੱਥ ਖੜੇ ਹੁੰਦੇ ਆ। ਇੱਕ ਵਾਰੀ ਜਿੱਦਾਂ ਕੇਸ ਹੋਇਆ DMC ਵਾਲੇ ਦੱਸਦੇ ਸੀ ਕਿ ਇੱਕ ਆਏ ਤੇ ਉਹਨਾਂ ਦਾ ਆਕਸੀਜਨ ਲੈਵਲ ਕਾਫੀ ਡਾਊਨ ਸੀਗਾ, ਤੇ ਕਈ ਵਾਰੀ ਹਸਪੀਟਲ ਦੇ ਵਿੱਚ ਵੀ ਬੈੱਡ ਵਗੈਰਾ ਪ੍ਰੀਪੇਅਰ ਕਰਨ ਦੇ ਵਿੱਚ ਟਾਈਮ ਲੱਗ ਜਾਂਦਾ ਹੈ। ਤੇ ਉਹ ਇਸ ਕਰਕੇ ਪਬਲਿਕ ਨੂੰ ਚਾਹੀਦਾ ਕਿ ਟਾਈਮ ਸਿਰ ਜਿਹੜਾ ਆਪਣਾ ਅਰਲੀ ਰਿਪੋਰਟਿੰਗ ਹੈ, ਅਰਲੀ ਟੈਸਟਿੰਗ ਹੈ, ਉਸ ਚੀਜ਼ ਨੂੰ ਵੀ ਇਸ ਪ੍ਰੋਟੋਕੋਲ ਦੇ ਵਿੱਚ ਹੀ ਮੰਨਿਆ ਜਾਵੇ ਕਿ ਮਾਸਕ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਅਰਲੀ ਰਿਪੋਰਟਿੰਗ ਵੀ ਜ਼ਰੂਰੀ ਹੈ। ਸਰ ਕਿਤੇ ਨਾ ਕਿਤੇ ਅੱਜ ਕੋਵਿਡ ਨੂੰ ਲੈ ਕੇ ਇੱਕ ਧੱਬਾ ਸਮਝਿਆ ਜਾ ਰਿਹਾ ਕਿ ਕਿਸੇ ਨੂੰ ਅਗਰ ਕੋਈ ਸਿੰਪਟਮ ਵੀ ਆਉਂਦੇ ਉਹ ਡਰ ਦੇ ਮਾਰੇ ਦੱਸ ਨਹੀਂ ਪਾਉਂਦਾ ਕਿ ਮੈਨੂੰ ਸਿੰਪਟਮ ਹੈ, ਕਿਉਂਕਿ ਲੋਕ ਭੇਦਭਾਵ ਕਰਨਾ ਸ਼ੁਰੂ ਕਰ ਦੇਣਗੇ ਜਾਂ ਲੋਕ ਉਹ ਤੋਂ ਦੂਰੀ ਬਣਾ ਲੈਂਦੇ ਆ ਕਿ ਯਾਰ ਇਹ ਖਾਂਸੀ ਹੈ, ਇਹਨੂੰ ਜ਼ੁਕਾਮ ਹੈ, ਵੀ ਅਸੀਂ ਦੂਰ ਹੀ ਰਹੀਏ ਇਹਦੇ ਤੋਂ। ਇਸ ਬਾਰੇ ਕੀ ਕਹੋਗੇ? ਦੇਖੋ ਕੋਰੋਨਾ ਕੋਈ ਇਸ ਤਰੀਕੇ ਦੀ ਬਿਮਾਰੀ ਨਹੀਂ ਹੈ, ਇਹ ਨਾਰਮਲ ਫਲੂ ਲਾਈਕ ਦਾ ਹੀ ਹੈ। ਇਸ 'ਚ ਥੋੜ੍ਹੇ ਜਿਹੇ ਪ੍ਰੀਕਾਸ਼ਨਸ ਰੱਖਣੇ ਹੁੰਦੇ ਕਿਉਂਕਿ ਇਹ ਫੈਲਦਾ ਹੈ, ਨਜ਼ਦੀਕ ਜਾਣ ਨਾਲ ਫੈਲਦਾ ਹੈ। ਜਿੱਦਾਂ ਮਲੇਰੀਆ ਹੈ, ਮਲੇਰੀਆ ਫੈਲਦਾ ਹੈ ਸਪੋਜ਼ ਮੱਛਰ ਦੇ ਨਾਲ, ਆਪਾਂ ਮੱਛਰ ਤੋਂ ਦੂਰੀ ਬਣਾਉਣੀ ਹੁੰਦੀ ਹੈ ਜੀ। ਜੇ ਇਹ ਕੋਰੋਨਾ ਹੈ, ਇਹ ਆਪਣੀ ਜਿਹੜੇ ਡ੍ਰੌਪਲੇਟਸ ਹਨ ਨੱਕ ਤੋਂ ਨਿਕਲੇ ਜਾਂ ਮੂੰਹ ਤੋਂ ਨਿਕਲੇ ਉਹਨਾਂ ਦੇ ਥਰੂ ਫੈਲਦਾ ਹੈ, ਤੇ ਉਹਨਾਂ ਤੋਂ ਆਪਾਂ ਨੂੰ ਦੂਰੀ ਬਣਾਉਣੀ ਹੈ। ਤੇ ਉਹ ਬੰਦੇ ਤੋਂ ਜਿਹੜਾ ਤਾਂ ਆਪਾਂ ਜੇ ਸਪੋਜ਼ ਕਿਸੇ ਬੰਦੇ ਨੂੰ ਕੋਰੋਨਾ ਹੋਇਆ, ਤੁਸੀਂ ਉਸ ਤੋਂ 5-7 ਮੀਟਰ 10 ਮੀਟਰ ਦੂਰੀ ਬਣਾ ਕੇ ਰੱਖੋਗੇ, ਕੋਈ ਪ੍ਰੋਬਲਮ ਨਹੀਂ ਹੈ। ਅਗਰ ਪੋਜ਼ਿਟਿਵ ਵੀ ਹੈ, ਅਗਰ ਦੂਰੀ ਹੈ ਤਾਂ ਆਪਾਂ ਨੂੰ ਕੋਈ ਡਰ ਨਹੀਂ ਹੈ ਉਸ ਚੀਜ਼ ਕੋਈ ਡਰ ਨਹੀਂ ਹੈ, ਕੋਈ ਛੂਤ ਵਾਲੀ ਤਾਂ ਬਿਮਾਰੀ ਨਹੀਂ ਹੈ ਇਸ ਤਰੀਕੇ ਦੀ। ਔਰ ਦੂਜਾ ਇਹ ਤਾਂ ਜਿਹੜਾ ਸਾਈਕਲ ਹੈ ਇਹ 14-15 ਦਿਨ ਦੇ ਵਿੱਚ ਬੰਦਾ ਆਪ ਹੀ ਠੀਕ ਹੋ ਜਾਂਦਾ ਹੈ ਜੀ। ਥੋੜ੍ਹਾ ਜਿਹਾ ਵਿਟਾਮਿਨਸ ਵਗੈਰਾ ਲੈਣ ਦੇ ਨਾਲ ਜਲਦੀ ਉਸ ਨੂੰ ਇਮਿਊਨਿਟੀ ਮਿਲ ਜਾਂਦੀ ਹੈ, ਥੋੜ੍ਹਾ ਔਰ ਉਸ ਨੂੰ ਹੁੰਦਾ ਕਿ ਚਲੋ ਮੇਰਾ ਵਧੀਆ ਤਰੀਕੇ ਨਾਲ ਮੇਰਾ ਸਿਸਟਮ ਫਾਈਟ ਕਰ ਰਿਹਾ। ਤੇ ਇਸ ਕਰਕੇ ਕੋਈ ਇਸ ਤਰੀਕੇ ਦਾ ਨਹੀਂ ਹੈ ਕਿ ਕੋਈ ਲਾਇਲਾਜ ਤਰੀਕਾ ਹੈ, ਥੋੜ੍ਹਾ ਜਿਹਾ ਪ੍ਰੀਕਾਸ਼ਨ ਰੱਖ ਕੇ ਆਪਾਂ ਇਸ ਚੀਜ਼ ਦੇ ਵਿਜੇ ਪ੍ਰਾਪਤ ਕਰ ਸਕਦੇ ਹਾਂ। ਸਰ ਇੱਕ ਪਹਿਲੇ ਤੁਸੀਂ ਆਲਰੇਡੀ ਪੁਲਿਸ ਵਿਭਾਗ ਵੀ ਲੱਗਿਆ ਹੋਇਆ, ਪਹਿਲੇ ਕਰੋਨਾ ਹੋ ਗਿਆ, ਉਸ ਤੋਂ ਬਾਅਦ ਫਿਰ ਕ੍ਰਾਈਮ ਵੀ ਵੱਧ ਰਿਹਾ, ਔਰ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਅੱਜ ਕੱਲ੍ਹ ਤੁਹਾਡੀ ਡਿਊਟੀਜ਼ ਵੀ ਸਖਤ ਨੇ, ਲੀਕਰ ਨੂੰ ਲੈ ਕੇ ਤੁਸੀਂ ਬਹੁਤ ਜ਼ਿਆਦਾ ਐਕਟਿਵ ਹੋਏ ਹੋ, ਕਾਰਵਾਈ ਕੀਤੀ ਜਾ ਰਹੀ ਹੈ। ਕੁਝ ਜਗ੍ਹਾ 'ਤੇ ਸਰ ਹਾਲੇ ਵੀ ਸ਼ਿਕਾਇਤ ਮਿਲ ਰਹੀ ਹੈ ਕਿ ਇਸ ਜਗ੍ਹਾ 'ਤੇ ਆਓ, ਚੈਕਿੰਗ ਕਰੋ, ਤੁਸੀਂ ਕਾਫੀ ਬਰਾਮਦ ਵੀ ਕੀਤੀ ਹੈ, ਉਹਦੇ 'ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ? ਦੇਖੋ ਅਸੀਂ ਸ਼ਰਾਬ ਦੇ ਖਿਲਾਫ
ਪੰਜਾਬ ਲੈਵਲ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇੱਕ ਆਪਰੇਸ਼ਨ ਚਲਾਇਆ ਹੋਇਆ ਹੈ, ਜਿਸ ਨੂੰ ਕਿ ਆਪਰੇਸ਼ਨ ਰੈੱਡ ਰੋਜ਼ ਦਾ ਨਾਂ ਦਿੱਤਾ ਹੈ। ਠੀਕ ਹੈ। ਰੈੱਡ ਰੋਜ਼ ਨਾਂ ਦਾ ਆਪਰੇਸ਼ਨ ਚਲਾਇਆ ਹੋਇਆ। ਕਿਸੇ ਵੀ ਤਰੀਕੇ ਦਾ ਕੋਈ ਵੀ ਇਲੀਗਲ ਸ਼ਰਾਬ, ਭਾਵੇਂ ਉਹ ਕਿਸੇ ਦੂਜੇ ਜਗ੍ਹਾ ਤੋਂ ਆ ਰਹੀ ਹੋਵੇ ਜਾਂ ਆਪਣੀ ਕੋਈ ਫੈਕਟਰੀ ਦੇ ਵਿੱਚ ਬਣਾਈ ਜਾ ਰਹੀ ਹੋਵੇ, ਇਲੀਗਲ ਫੈਕਟਰੀ ਦੇ ਵਿੱਚ, ਜਾਂ ਕੋਈ ਲਾਨ ਟਾਈਪ ਦਾ ਜਿਸ ਨੂੰ ਕਹਿੰਦੇ ਆ ਉਹ ਹੈ, ਜਾਂ ਕੋਈ ਸਪਿਰਿਟ ਥਿਨਰ, ਇਹਨਾਂ ਚੀਜ਼ਾਂ ਤੋਂ ਬਣਾਈ ਗਈ ਹੋਵੇ, ਉਹਨਾਂ ਦੇ ਖਿਲਾਫ ਅਸੀਂ ਬਿਲਕੁਲ ਸਖਤ ਅਭਿਆਨ ਛੇੜਿਆ ਹੋਇਆ ਹੈ। ਪਿਛੇ 2 ਮਹੀਨਿਆਂ ਦੇ ਵਿੱਚ ਅਸੀਂ ਤਕਰੀਬਨ 325 ਦੇ ਕਰੀਬ FIRਾਂ ਲੁਧਿਆਣੇ ਦੇ ਵਿੱਚ 325 ਦੇ ਕਰੀਬ FIRਾਂ ਦਰਜ ਕੀਤੀਆਂ ਹਨ। ਐਂਡ ਕਾਫੀ ਸਾਰੀ ਮਤਲਬ ਅਣਗਿਣਤ ਮਾਤਰਾ ਦੇ ਵਿੱਚ ਅਸੀਂ ਲਾਹਨ 3 ਲੱਖ ਲੀਟਰ ਦੇ ਕਰੀਬ ਅਸੀਂ ਲਾਹਨ ਫੜੀ ਸੀਗੀ ਸਤਲੁਜ ਦਰਿਆ ਦੇ ਕੰਢੇ। ਐਂਡ ਕਾਫੀ ਕੁਝ ਅਸੀਂ ਐਕਸ਼ਨ ਇਸ ਚੀਜ਼ ਦਾ ਲੈ ਰਹੇ ਹਾਂ ਜੀ। ਤੇ ਮੈਂ ਤੁਹਾਨੂੰ ਮਤਲਬ ਪਬਲਿਕ ਨੂੰ ਵਿਸ਼ਵਾਸ ਦਿਲਾਨਾ ਕਿ ਪੁਲਿਸ ਜਿਹੜਾ ਹੈ 24 ਘੰਟੇ ਕੰਮ ਕਰ ਰਹੀ ਹੈ, ਭਾਵੇਂ ਉਹ ਕੋਰੋਨਾ ਦਾ ਫਰੰਟ ਹੋਵੇ, ਕ੍ਰਾਈਮ ਦਾ ਫਰੰਟ ਹੋਵੇ। ਲੁਧਿਆਣਾ ਸ਼ਹਿਰ ਵੱਡਾ ਸ਼ਹਿਰ ਹੈ, ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਐਂਡ ਮੈਟਰੋ ਸ਼ਹਿਰ ਹੈ ਜੀ। 40 ਲੱਖ ਦੀ ਆਬਾਦੀ ਹੈ ਤੇ ਕ੍ਰਾਈਮ ਥੋੜ੍ਹਾ ਬਹੁਤੀ ਜੇ ਹੁੰਦਾ ਵੀ ਹੈ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਨਿਪਿੰਡ ਦੀ ਬਰਡ, ਜਿੱਦਾਂ ਹੀ ਕੋਈ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ, ਕੋਈ ਸਾਡੇ ਇਨਫੋਰਮਰਸ ਸਾਨੂੰ ਦੱਸਦੇ ਆ, ਅਸੀਂ ਉਸੇ ਜਗ੍ਹਾ ਤੇ ਉਸ ਨੂੰ ਕਾਬੂ ਕਰ ਲੈਂਦੇ ਹਾਂ। ਸਰ ਦੂਜੇ ਪਾਸੇ ਅਗਰ ਤੁਸੀਂ ਲੀਕਰ ਦੀ ਵੀ ਕਾਰਵਾਈ ਕਰ ਰਹੇ ਹੋ, ਲੋਕ ਤੁਹਾਨੂੰ ਜਾਣਕਾਰੀ ਵੀ ਦਿੰਦੇ ਆ, ਲੇਕਿਨ ਉਹ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ, ਕਿਉਂਕਿ ਆਏ ਦਿਨ ਹਾਦਸੇ ਵੀ ਹੋ ਰਹੇ, ਕੋਈ ਨਾ ਕੋਈ ਉੱਠ ਕੇ ਪੁਲਿਸ ਤੇ ਵੀ ਹਮਲਾ ਕਰਦਾ ਨਜ਼ਰ ਆ ਰਿਹਾ ਅੱਜ ਕੱਲ੍ਹ। ਦੇਖੋ ਤਾਂ ਇਹ ਹੈ ਕਿ ਪੁਲਿਸ ਦਾ ਜੋ ਕੰਮ ਹੈ ਉਹ ਹਰ ਤਰੀਕੇ ਦੇ ਅਪਰਾਧੀ ਨੂੰ ਪਕੜਨਾ ਜੀ, ਚਾਹੇ ਉਹ ਲਿਕਰ ਦਾ ਹੋਵੇ, ਚਾਹੇ ਡਰੱਗਸ ਦਾ ਹੋਵੇ, ਚਾਹੇ ਕਿਸੇ ਨੇ ਕੋਈ ਮਰਡਰ ਕੀਤਾ ਹੋਵੇ, ਚਾਹੇ ਕੋਈ ਲੜਾਈ ਕੀਤੀ ਹੋਵੇ। ਐਂਡ ਕਈ ਵਾਰੀ ਕੀ ਹੁੰਦਾ ਕਿ ਬੰਦੇ ਪੁਲਿਸ ਦੇ ਉੱਪਰ ਹਮਲਾ ਕਰ ਦਿੰਦੇ ਆ, ਅਸੀਂ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈਂਦੇ ਹਾਂ। ਉਹਨਾਂ ਦੇ ਖਿਲਾਫ ਤਾਂ ਅਸੀਂ ਅਟੈਂਪਟ ਟੂ ਮਰਡਰ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜਦੇ ਹਾਂ। ਇਸ ਤਰੀਕੇ ਦਾ ਪੁਲਿਸ ਦਾ ਮੋਰਲ ਬੂਸਟਅਪ ਕਰਕੇ ਰੱਖਣਾ ਉਹ ਸਾਡੀ ਫਸਟ ਜ਼ਿੰਮੇਵਾਰੀ। ਕਿਤੇ ਡਰ ਤਾਂ ਨਹੀਂ ਪੈਦਾ ਹੋ ਜਾਂਦਾ ਕਿ ਇਸ ਏਰੀਆ ਦੇ ਵਿੱਚ ਇਸ ਹਮਲਾ ਹੋਇਆ? ਨਹੀਂ, ਇਸ ਤਰੀਕੇ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਪੁਲਿਸ ਫੋਰਸ, ਪੰਜਾਬ ਪੁਲਿਸ ਨੇ ਤਾਂ ਟੈਰਰਿਜ਼ਮ ਵਰਗੀ ਚੀਜ਼ ਨੂੰ ਸਫਾਇਆ ਕਰਤਾ ਸੀ, ਤੇ ਛੋਟੇ ਮੋਟੇ ਅਪਰਾਧੀ ਤਾਂ ਕੀ ਹੈ। ਸਰ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ, ਅਪਕਮਿੰਗ ਹੈਗਾ ਜਿਹੜਾ ਵੀਕਐਂਡ ਲੋਕਡਾਊਨ ਵੀ ਜਿਹੜਾ ਹੁਣ, ਉਹਦੇ ਬਾਰੇ ਕੀ ਗਾਈਡਲਾਈਨਸ ਨੇ? ਕਿੰਨੇ ਵਜੇ ਤੱਕ ਸ਼ਾਪਸ ਖੁੱਲ੍ਹਣੀਆਂ ਹੈ? ਕਿਹੜੇ ਲੋਕ ਖੋਲ੍ਹ ਸਕਦੇ ਨੇ? ਕਿਉਂਕਿ ਲਾਸਟ ਟਾਈਮ ਕਾਫੀ ਕਨਫਿਊਜ਼ਨ ਕ੍ਰੀਏਟ ਰਹੀ ਹੈ। ਦੇਖੋ ਕਿਉਂਕਿ ਹੁਣ ਲੁਧਿਆਣੇ ਦੇ ਵਿੱਚ ਕੇਸਿਸ ਕਾਫੀ ਵੱਧ ਰਹੇ ਹਨ, ਇਸ ਕਰਕੇ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਸਾਡੀ ਮੀਟਿੰਗ ਹੋਈ ਸੀਗੀ ਕਿ ਜਿਹੜਾ ਨਾਈਟ ਲੋਕਡਾਊਨ ਹੈ ਬਿਲਕੁਲ 9 ਵਜੇ ਤੋਂ ਲੈ ਕੇ ਰਾਤ ਨੂੰ ਐਂਡ ਸਵੇਰੇ 5 ਵਜੇ ਤੱਕ ਕੰਪਲੀਟ ਲੋਕਡਾਊਨ ਰਹੇਗਾ। ਕਿਸੇ ਵੀ ਤਰੀਕੇ ਦੀ ਕੋਈ ਜਿਹੜੀ ਦੁਕਾਨ ਵਗੈਰਾ ਹੈ ਸਾਰੀ ਰਾਤ ਨੂੰ 9 ਵਜੇ ਤੋਂ ਪਹਿਲਾਂ ਹੀ ਬੰਦ ਹੋਣਗੀਆਂ। ਮਾਲ ਵਗੈਰਾ ਦਾ ਤਾਂ ਟਾਈਮ 8 ਵਜੇ ਦਾ ਹੀ ਰੱਖਿਆ ਹੈਗਾ, ਤੇ ਰੈਸਟੋਰੈਂਟ ਵਗੈਰਾ ਦਾ 9 ਵਜੇ ਦਾ ਰੱਖਿਆ ਹੈ। ਤੇ ਇਸ ਕਰਕੇ ਜੇ ਕੋਈ ਵੀ ਰਾਤ ਨੂੰ 9 ਵਜੇ ਤੋਂ ਬਾਅਦ ਬੰਦਾ ਸਾਨੂੰ ਮੂਵ ਕਰਦਾ ਮਿਲਦਾ, ਅਸੀਂ ਉਹਦੇ ਖਿਲਾਫ ਐਕਸ਼ਨ ਲਵਾਂਗੇ। ਕੁਝ ਕੈਟੇਗਰੀਜ਼ ਨੂੰ ਇਹਦੇ ਵਿੱਚ ਐਗਜ਼ੈਂਪਸ਼ਨ ਦਿੱਤੀ ਹੋਈ ਹੈ ਕਿ ਜੇ ਸਪੋਜ਼ ਕਿਸੇ ਦੀ ਟ੍ਰੇਨ 9 ਵਜੇ ਆਈ ਹੈ, ਉਹ 9 ਵਜੇ ਮੂਵ ਕਰ ਸਕਦਾ ਹੈ, ਜਾਂ ਕਿਸੇ ਨੂੰ ਮੈਡੀਕਲ ਪ੍ਰੋਬਲਮ ਹੈ, ਜਾਂ ਕਿਸੇ ਦੀ ਕੋਈ ਫੈਕਟਰੀ ਚੱਲ ਰਹੀ ਹੈ, ਉਹਦੀ ਸ਼ਿਫਟ 9 ਵਜੇ ਤੋਂ ਚਾਲੂ, ਯਾਨੀ ਕਿ ਅਗਰ ਕੋਈ ਬਾਹਰੋਂ ਆ ਰਿਹਾ, ਹਾਂ, ਤੇ ਉਹ ਇਸ ਕਰਕੇ ਥੋੜੀ ਬਹੁਤੀ ਉਸੇ ਰਿਲੈਕਸੇਸ਼ਨ ਹੈ। ਲੇਕਿਨ ਅਦਰਵਾਈਜ਼ ਸਾਡੀ ਸਖਤੀ ਹੋਵੇਗੀ। ਐਂਡ ਮਾਸਕ ਦਾ ਵੀ ਅਸੀਂ ਇੱਕ ਵਿਟਾਮਿਨ ਡੀ ਦੀ ਡੋਜ਼ ਦੇਵਾਂਗੇ ਪੂਰੇ 1 ਘੰਟੇ ਦੀ, ਤਾਂ ਕਿ ਉਸ ਨੂੰ ਵਿਟਾਮਿਨ ਡੀ, ਯਾਨੀ ਕਿ ਹੁਣ ਜਿਹੜਾ ਸੋਸ਼ਲ ਡਿਸਟੈਂਸਿੰਗ ਹੋਵੇ, ਚਾਹੇ ਮਾਸਕ ਹੋਵੇ, ਜਿਹੜੇ ਪ੍ਰੋਟੋਕੋਲ ਨੇ ਬਣਾਏ ਹੋਏ ਕੋਵਿਡ ਨੂੰ ਲੈ ਕੇ, ਉਹਨਾਂ ਦੀ ਹਿਦਾਇਤ ਪਾਲਣਾ ਹੁਣ ਸਖਤੀ ਨਾਲ ਕੀਤੀ ਜਾਏਗੀ। ਅਗਰ ਤੁਸੀਂ ਮਾਸਕ ਨਹੀਂ ਵੀ ਪਾਇਆ, ਦਿਨ ਦੇ ਵੇਲੇ ਅਗਰ ਤੁਸੀਂ ਬਾਹਰ ਖੜੇ ਫੜੇ ਜਾਂਦੇ ਹੋ, ਪੁਲਿਸ ਮੁਲਾਜ਼ਮ ਤੁਹਾਡੇ ਤੇ 500 ਰੁਪਏ ਦਾ ਚਲਾਨ ਵੀ ਕਰਨਗੇ, ਤੁਹਾਨੂੰ 1 ਘੰਟਾ ਧੁੱਪ ਦੇ ਵਿੱਚ ਖੜਾ ਵੀ ਕੀਤਾ ਜਾਏਗਾ। ਚੋਇਸ ਤੁਹਾਡੀ ਹੈ, ਇੱਕ ਪਾਸੇ ਕਰੋਨਾ, ਇੱਕ ਪਾਸੇ ਤੁਹਾਡੀ ਸੇਫਟੀ ਹੈ। ਸਰ ਲਗਾਤਾਰ ਅੱਜ ਦੀ ਤਾਰੀਖ ਦੇ ਵਿੱਚ ਵੀ ਹੁਣ ਕੋਵਿਡ ਦੇ ਕੇਸ ਵੱਧ ਰਹੇ ਨੇ, ਤੁਸੀਂ ਚਲਾਨ ਵੀ ਕੀਤੇ ਹੈ, ਲੋਕ ਸਮਝਦਾਰ ਵੀ ਹੋ ਗਏ ਹੈ। ਕੀ ਬੇਸਿਕ ਕੀ ਲੱਗ ਰਿਹਾ ਤੁਹਾਨੂੰ ਕਿ ਇੱਕਦਮ ਹਾਈਟ ਕਿਉਂ ਮਿਲ ਰਹੀ ਹੈ? ਦੇਖੋ, ਇਹ ਪੂਰੀ ਦੁਨੀਆ ਦੇ ਵਿੱਚ ਹੀ ਇਹਦੇ ਕੋਰੋਨਾ ਦੇ ਕੇਸਿਸ ਵੱਧ ਰਹੇ ਹਨ। ਐਂਡ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਵੇਅਰਨੈਸ ਕਰਕੇ ਵੀ, ਇਨਫੋਰਸਮੈਂਟ ਕਰਕੇ ਵੀ, ਲੋਕਾਂ ਨੂੰ ਦੱਸ ਕੇ ਵੀ, ਸੋਸ਼ਲ ਮੀਡੀਆ ਦੇ ਰਾਹੀਂ ਵੀ, ਮੀਡੀਆ ਦੇ ਰਾਹੀਂ ਵੀ ਇਹਦੇ ਕੋਰੋਨਾ ਦੇ ਕੀ ਬਚਾਅ ਦੇ ਤਰੀਕੇ ਹੈ, ਕਿਸ ਤਰੀਕੇ ਨਾਲ ਇਸ ਤੋਂ ਆਪਣਾ ਕੀ ਇਸਦਾ ਉਪਚਾਰ ਹੈ, ਕੀ ਲੇਟੈਸਟ ਫਾਈਂਡਿੰਗਸ ਆ ਰਹੀਆਂ ਹਨ, ਉਹਨਾਂ ਦੇ ਬਾਰੇ ਡਾਕਟਰਸ ਨਾਲ ਵੀ ਸਮੇਂ ਸਿਰ ਗੱਲ ਕੀਤੀ ਜਾਵੇ, ਬਾਰ-ਬਾਰ ਪਬਲਿਕ ਨਾਲ ਵੀ ਕੀਤੀ ਜਾਵੇ। ਆਪਸ ਦੇ ਵਿੱਚ ਵੀ ਸਾਡਾ ਇੱਕ ਕੋਰ ਗਰੁੱਪ ਬਣਿਆ ਹੋਇਆ ਜੋ ਕਿ ਇਸ ਬਾਰੇ ਜਾਣਕਾਰੀ ਲੈ ਕੇ ਪਬਲਿਕ ਤੱਕ ਪਹੁੰਚਾਉਂਦਾ ਹੈ। ਤੇ ਹਰ ਤਰੀਕੇ ਦੇ ਅਸੀਂ ਹੱਥਕੰਡੇ, ਹਰ ਤਰੀਕੇ ਦੇ ਅਸੀਂ ਜਿਹੜਾ ਹਥਿਆਰ ਹੈ ਉਹ ਅਪਣਾ ਰਹੇ ਹਨ, ਤਾਂ ਕਿ ਇਸ ਬਿਮਾਰੀ ਦੇ ਉੱਪਰ ਜਲਦੀ ਤੋਂ ਜਲਦੀ। ਸਰ ਅੱਜ ਦੀ ਸਥਿਤੀ ਦੇ ਵਿੱਚ ਦੇਖਦੇ ਹੋਏ ਲੋਕਾਂ ਨੂੰ ਕੀ ਸੰਬੋਧਨ ਕਰਨਾ ਚਾਹੋਗੇ, ਕੀ ਸੁਨੇਹਾ ਦੇਣਾ ਚਾਹੋਗੇ ਜਿਹੜਾ ਇਸ ਸਮੇਂ ਪੀਰੀਅਡ ਚੱਲ ਰਿਹਾ? ਦੇਖੋ, ਲੋਕਾਂ ਨੂੰ ਇਹ ਜਿਹੜੀ ਬਿਮਾਰੀ ਵੱਡੀ ਹੈ ਤੇ ਇਹਦਾ ਇਲਾਜ ਬਹੁਤ ਛੋਟਾ ਹੈ। ਇਲਾਜ ਤਾਂ ਇਹ ਹੈ ਕਿ ਆਪਾਂ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਹੈ ਜਦੋਂ ਤੱਕ ਕਿ ਲੋੜ ਨਾ ਹੋਵੇ। ਮੈਂ ਤਾਂ ਦੇਖ ਕੇ ਬੜਾ ਹੈਰਾਨ ਹੁੰਦਾ ਕਿ ਜਦੋਂ ਮੈਨੂੰ ਪਤਾ ਲੱਗਦਾ ਕਿ ਜੀ ਉਸ ਰੈਸਟੋਰੈਂਟ ਦੇ ਵਿੱਚ ਭੀੜ ਲੱਗੀ ਹੋਈ ਹੈ, ਬੰਦੇ ਖਾ ਰਹੇ ਖਾਣਾ। ਹਾਲਾਂਕਿ ਸਰਕਾਰ ਵੱਲੋਂ ਓਪਨ ਹੋਇਆ ਹੈ ਸਿਸਟਮ, ਕਿਉਂਕਿ ਹਰੇਕ ਬੰਦੇ ਨੂੰ ਆਪਣੀ ਇਕਨੋਮੀ ਚਲਾਉਣੀ ਹੈ, ਆਪਣੇ ਘਰ ਦਾ ਖਰਚਾ ਚਲਾਉਣਾ ਹੈ, ਇਸ ਕਰਕੇ ਓਪਨ ਹੋਇਆ ਹੈ। ਲੇਕਿਨ ਜਿਹੜੇ ਬੰਦੇ ਉੱਥੇ ਜਾ ਕੇ ਖਾਣਾ ਖਾ ਰਹੇ ਹਨ,
ਹੁਣ ਨਾਲ ਦੀ ਟੇਬਲ ਤੇ ਕੌਣ ਬੈਠਾ ਹੈ ਕਿੱਦਾਂ ਪਤਾ ਹੈ ਕਿ ਉਹ ਕੀ ਹੈ ਜੀ। ਮਾਸਕ ਤਾਂ ਹੁੰਦਾ ਨਹੀਂ। ਜੇ ਤੁਹਾਨੂੰ ਕੋਈ ਬਾਹਰ ਦਾ ਖਾਣਾ ਖਾਣ ਦੀ ਕੋਈ ਜ਼ਿਆਦਾ ਹੀ ਚਾਹ ਹੈ ਤੁਸੀਂ ਜਾਓ ਆਪਣਾ ਪੈਕ ਕਰਵਾਓ ਘਰ ਆ ਕੇ ਖਾਣਾ ਖਾ ਲਿਓ ਉਸੇ ਚੀਜ਼ ਨੂੰ। ਤੇ ਇੱਕ ਤਾਂ ਇਹ ਚੀਜ਼ ਹੈ ਕਿ ਆਪਾਂ ਘਰੋਂ ਬਾਹਰ ਨਹੀਂ ਨਿਕਲਣਾ ਜਦੋਂ ਤੱਕ ਕਿ ਲੋੜ ਨਾ ਹੋਵੇ। ਤੁਸੀਂ ਨਿਕਲਦੇ ਹੋ ਕਿਸੇ ਦਿਨ ਤੇ ਆਪਣਾ 10-15 ਦਿਨ ਦਾ ਰਾਸ਼ਨ ਇਕੱਠੇ ਲੈ ਕੇ ਆ ਜਾਓ ਤਾਂ ਕਿ ਰੋਜ਼-ਰੋਜ਼ ਚੱਕਰ ਹੀ ਨਾ ਰਹੇ ਜੀ। ਤੇ ਮਾਸਕ ਤਾਂ ਬਿਲਕੁਲ ਮੰਨ ਕੇ ਚਲੋ ਕਿ ਜਿੱਦਾਂ ਆਪਾਂ ਗੂੰਦ ਨਾਲ ਚੁਪਕਾ ਲੈਂਦੇ ਹਾਂ ਕਿ ਆਪਾਂ ਇਸ ਨੂੰ ਹਟਾਣਾ ਹੀ ਨਹੀਂ ਬਾਹਰ ਜਾ ਕੇ, ਚਾਹੇ ਕੁਝ ਵੀ ਹੋ ਜਾਏ, ਚਾਹੇ ਨਾ ਬਾਹਰ ਦਾ ਪਾਣੀ ਪੀਣਾ ਹੈ, ਨਾ ਚਾਹ ਪੀਣੀ ਹੈ, ਨਾ ਕੁਝ ਨਾ ਕੋਈ ਇਹ ਕਹਿਣਾ ਹੈ। ਐਂਡ ਸੋਸ਼ਲ ਗੈਦਰਿੰਗ ਦੇ ਵਿੱਚ ਇਹ ਨਾ ਸੋਚੋ ਕਿ ਮੇਰਾ ਫਲਾਂ ਰਿਸ਼ਤੇਦਾਰ ਮੇਰੇ ਤੋਂ ਖਫਾ ਹੋ ਜਾਊਗਾ ਜੀ ਮੈਂ ਉਹਦੀ ਕੋਈ ਪਾਰਟੀ 'ਚ ਨਹੀਂ ਗਿਆ ਜਾਂ ਮੈਂ ਉਹਦੇ ਮਰਗ 'ਚ ਨਹੀਂ ਗਿਆ ਜਾਂ ਉੱਧਰ ਨਹੀਂ ਗਿਆ। ਇਹਨਾਂ ਚੀਜ਼ਾਂ ਦਾ ਨਹੀਂ ਹੈ। ਇਹ 2 ਮਹੀਨਾ ਡੇਢ ਮਹੀਨਾ ਆਪਣਾ ਬਚਾਅ ਕਰਨ ਦਾ ਹੈ। ਜਦੋਂ ਆਪਾਂ ਬਚ ਗਏ ਆਪਾਂ ਪਬਲਿਕ ਆਪਣੇ ਯਾਰਾਂ ਦੋਸਤਾਂ ਤੋਂ ਮਾਫੀ ਮੰਗ ਲਵਾਂਗੇ। ਉਹਨਾਂ ਨੂੰ ਵੀ ਪਤਾ ਹੀ ਹੁੰਦਾ ਹੈ। ਕਈ ਵਾਰੀ ਬੰਦੇ ਹੁੰਦੇ ਕਹਿੰਦੇ ਜੀ ਉਸ ਫਲਾਂ ਬੰਦੇ ਦਾ ਜੀ ਬਰਥਡੇ ਸੀ ਅਤੇ ਮੈਨੂੰ ਬੁਲਾਇਆ ਸੀ ਅਤੇ ਮੈਂ ਇਸ ਕਰਕੇ ਚਲਾ ਗਿਆ ਜੀ ਨਹੀਂ ਤਾਂ ਬ੍ਰਾਹਮਣ। ਇਹ ਚੀਜ਼ਾਂ ਨਹੀਂ ਹੈ। ਇਸ ਕਰਕੇ ਜਾਣਾ ਹੀ ਨਹੀਂ ਘਰੋਂ ਬਾਹਰ। ਜੇ ਜਾਣਾ ਵੀ ਪੈਂਦਾ ਐਮਰਜੈਂਸੀ ਮਾਸਕ ਨਹੀਂ ਉਤਾਰਨਾ। ਇਹ ਫਿਜ਼ੀਕਲ ਡਿਸਟੈਂਸਿੰਗ ਰੱਖਣੀ ਹੈ। ਕਿਸੇ ਭੀੜ ਭੜੱਕੇ ਵਾਲੀ ਜਗ੍ਹਾ 'ਤੇ ਤਾਂ ਬਿਲਕੁਲ ਹੀ ਨਹੀਂ ਜਾਣਾ, ਚਾਹੇ ਆਪਾਂ ਨੂੰ ਭੁੱਖਾ ਹੀ ਸੋਣਾ ਪਏ। ਇਹ ਚੀਜ਼ਾਂ ਦਾ ਜੇ ਆਪਾਂ ਫੋਲੋ ਇਹਨਾਂ ਦਾ ਪਾਲਣ ਕਰਾਂਗੇ ਤੇ ਪਲੱਸ ਆਪਣੀ ਇਮਿਊਨਿਟੀ ਬਿਲਡਅਪ ਕਰਕੇ ਰੱਖਣੀ ਹੈ। ਕਿਉਂਕਿ ਜਿਹੜੇ ਬੰਦੇ ਇਮਿਊਨਿਟੀ ਜਿਨ੍ਹਾਂ ਦੀ ਹੁੰਦੀ ਹੈ ਉਹਨਾਂ ਨੂੰ ਜਾਂ ਤਾਂ ਕੋਰੋਨਾ ਹੁੰਦਾ ਨਹੀਂ, ਜੇ ਹੁੰਦਾ ਵੀ ਹੈ ਤਾਂ ਉਹਨਾਂ ਨੂੰ ਸਿੰਪਟਮਸ ਨਹੀਂ ਆਉਂਦੇ, ਉਹਨਾਂ ਨੂੰ ਪਤਾ ਨਹੀਂ ਚੱਲਦਾ। ਤੇ ਇਸ ਕਰਕੇ ਇਮਿਊਨਿਟੀ ਬਿਲਡਅਪ ਕਰਕੇ ਰੱਖਣੀ ਹੈ। ਇਮਿਊਨਿਟੀ ਦਾ ਉਹੀ ਹੈ ਡਾਈਟ ਵਗੈਰਾ ਦਾ ਧਿਆਨ ਰੱਖਣਾ ਹੈ। ਤੇ ਆਪਣਾ ਮੈਨੂੰ ਪੂਰਨ ਉਮੀਦ ਹੈ ਕਿ ਆਪਾਂ ਇਸ ਬਿਮਾਰੀ 'ਤੇ ਜਲਦੀ ਵਿਜੈ ਪ੍ਰਾਪਤ ਕਰ ਲਵਾਂਗੇ। ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਡੇ ਸਵਾਲਾਂ ਦੇ ਜਵਾਬ ਵੀ ਮਿਲ ਗਏ ਹੋਣਗੇ। ਕਈ ਵਾਰ ਅਸੀਂ ਜਾਣੇ ਅਣਜਾਣੇ ਦੇ ਵਿੱਚ ਇੱਕ ਛੋਟੀ ਲਾਪਰਵਾਹੀ ਇਸ ਤਰ੍ਹਾਂ ਦੀ ਕਰ ਦਿੰਦੇ ਹਾਂ, ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਉਸ ਦਾ ਨਤੀਜਾ ਕੀ ਹੋਏਗਾ। ਇੱਕ ਬੰਦਾ ਅਗਰ ਬਾਹਰ ਖਾਣ ਵੀ ਜਾਂਦਾ ਹੈ, ਉਹ ਆਪਦੇ ਘਰ ਦੇ ਵਿੱਚ ਅਗਰ ਇਨਫੈਕਸ਼ਨ ਲੈ ਆਉਂਦਾ ਹੈ ਤਾਂ ਇਹ ਤੁਸੀਂ ਮੰਨ ਸਕਦੇ ਹੋ ਕਿ ਜਿਹੜੇ ਰੈਸਟੋਰੈਂਟ ਦੇ ਵਿੱਚ ਖਾਣਾ ਹੀ ਪੂਰੇ ਪਰਿਵਾਰ ਦੇ ਲਈ ਭਾਰੀ ਸਾਬਿਤ ਹੁੰਦਾ ਹੈ। ਹਾਲੇ ਜਿੰਨੀ ਦੇਰ ਤੱਕ ਕੋਈ ਵੈਕਸੀਨ ਜਾਂ ਦਵਾਈ ਅਵੇਲੇਬਲ ਨਹੀਂ ਆ ਜਾਂਦੀ, ਮਾਰਕੀਟ ਦੇ ਵਿੱਚ ਤੁਹਾਡੇ ਤੱਕ ਨਹੀਂ ਪਹੁੰਚ ਹੋ ਜਾਂਦੀ, ਤੁਹਾਨੂੰ ਆਪਦੀ ਜ਼ਿੰਮੇਵਾਰੀ ਖੁਦ ਸਮਝਣੀ ਪਏਗੀ। ਅਗਰ ਪ੍ਰਸ਼ਾਸਨ, ਸਰਕਾਰ, ਪੁਲਿਸ ਮਹਿਕਮਾ ਆਪਣੇ ਤੌਰ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਵੀ ਕਰ ਰਹੇ ਨੇ, ਤੁਹਾਨੂੰ ਵੀ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਹੁਣ ਦੇਣਾ ਪਏਗਾ। ਤਾਂ ਹੀ ਅਸੀਂ ਮਿਸ਼ਨ ਫਤਿਹ ਜਿਹੜਾ ਕੋਵਿਡ ਦੇ ਦੌਰਾਨ ਅਸੀਂ ਲੜਾਈ ਲੜ ਰਹੇ ਹਾਂ, ਜਿੱਤ ਪਾਵਾਂਗੇ। ਕੈਮਰਾ ਪਰਸਨ ਹਿੰਮਤ ਸਿੰਘ ਦੇ ਨਾਲ ਵरुण सगड़, दैनिक सवेरा टीवी, लुधियाना। क्या आप है परेशान? क्या आपकी समस्या का हल नहीं हो पा रहा? तो निराश ना हो। 17 बार गोल्ड मेडलिस्ट मियां रफीक मोहम्मद, जिनके पास है आपकी हर समस्या का हल, चाहे वो बिजनेस से रिलेटेड हो या फिर हो करियर से रिलेटेड या फिर हो लव रिलेशनशिप। आपकी समस्या का हल होगा 31 घंटों में। फिर देर किस बात की? स्क्रीन पे दिए गए नंबर्स के ऊपर कॉल करो और अपनी समस्या का हल जल्द से जल्द पाएं। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।